आओ जो पातशाह दी पावन पवित्र गुरबाणी अंदर भट्टां दे सवैयां दी अपनी लड़ीवार चल रही है विचार। अगे आरंभ करिए। चौथे पातशाह धन श्री गुरु रामदास साहिब जी महाराज, उन्हां दी भट्ट बड़े प्यार दे नाल सतगुरु पातशाह दी उस्त करके अपने जीवन नूं सफल बनाउण दा ते सतगुर दी खुशी प्राप्त करके अपना जीवन जन्म और मरण का जिहड़ा चक्कर है उन्होंने खंडन करने का उद्यम उपराला कर रहे हैं। क्योंकि पातशाह ने गुरबाणी अंदर आपां नूं ये हुक्म किया, उस्तत करो सदा प्रभ अपने जन पूरी कल राखी, जी जंत सब भय पवित्रा सतगुर की सच साखी। समझा रहे हैं सतगुर खेमा ताणिया, जुग जोथ समाने, अनभव नेजा नाम टेक, जित भगत अगाने। कि ऐ गुरु रामदास साहिब जी महाराज, तुसी आ सारे संसार दे उपर खेमा कहंदे ने चंदोआ, जिवें आपां चंदोआ ताणदे हां, कि तुसी अकाल पुरख वाहिगुरू दी भगती रूपी जिहड़ा चंदोआ है, ये अपने शुभ बचनां दे नाल जदों तुसी अपने मुख दे अंदरों अकाल पुरख वाहिगुरू दी वडियाई, उहदे नाम दी वडियाई, उहदी भगती दा जिहड़ा मार्ग है ਉਹ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹੋ। ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਐਸਾ ਤੁਸੀਂ ਇੱਕ ਇਹ ਚੰਦੋਆ ਤਾਣਿਆ, ਪ੍ਰਚਾਰ ਰੂਪੀ ਚੰਦੋਣਾ, ਜੁਗ ਜੋਤ ਸਮਾਣੇ। ਜਿਹੜੇ ਚੰਦੋਏ ਦੇ ਥੱਲੇ ਸਾਰੇ ਯੁੱਗਾਂ ਦੇ ਲੋਕ, ਜਿਹੜੇ ਸਾਰੇ ਆਪੋ ਆਪਣੇ ਅਵਤਾਰਾਂ ਤੋਂ ਸਿੱਖਿਆ ਲੈ ਕੇ ਵੱਖੋ ਵੱਖਰੇ ਧਰਮਾਂ ਦੇ ਅੰਦਰ ਚੱਲ ਰਹੇ ਆ, ਉਹ ਜਦੋਂ ਤੁਸੀਂ ਇੱਕ ਨਿਰੋਲ ਅਕਾਲ ਪੁਰਖ ਪਰਮਾਤਮਾ ਦੀ ਵਡਿਆਈ, ਉਹਦੇ ਮਿਲਾਪ ਦਾ ਰਸਤਾ ਬਖਸ਼ਿਸ਼ ਕਰਦੇ ਹੋ, ਤਾਂ ਸਾਰਿਆਂ ਦੇ ਮਨਾਂ ਨੂੰ ਸ਼ਾਂਤੀ ਆ ਰਹੀ ਹੈ। ਸਾਰੇ ਆਪ ਜੀ ਦੇ ਇਸ ਦ੍ਰਿਸ਼ਟੀ ਰੂਪੀ ਚੰਦੋਏ ਥੱਲੇ ਤੇ ਬਚਨਾ ਰੂਪੀ ਜਿਹੜਾ ਪ੍ਰਚਾਰ ਦਾ ਚੰਦੋਆ ਪਰਮਾਤਮਾ ਦੀ ਭਗਤੀ ਦਾ ਤਾਣਿਆ ਹੋਇਆ, ਸਾਰੇ ਜੀਵ ਇੱਥੇ ਆ ਕੇ ਸਮਾ ਰਹੇ ਹੈ। ਅਨਭਉ ਨਿਜਾ ਨਾਮ ਟੇਕ, ਜਿਤ ਭਗਤ ਅਗਾਣੇ। ਤੁਹਾਡੇ ਕੋਲੇ ਨਿਜਾ ਕਿਹੜਾ ਹੈ? ਉਸ ਅਕਾਲ ਪੁਰਖ ਜੋ ਅਨਭਉ ਪ੍ਰਕਾਸ਼ ਹੈ, ਉਹਦੇ ਮਿਲਾਪ ਦਾ ਨਿਜਾ। ਅਨਭਉ ਨਿਜਾ ਨਾਮ ਟੇਕ, ਤੇ ਪਰਮਾਤਮਾ ਦੇ ਨਾਮ ਦਾ ਆਸਰਾ ਲੈ ਕੇ ਤੁਸੀਂ ਚੱਲ ਰਹੇ ਹੋ। ਜਿਤ ਭਗਤ ਅਗਾਣੇ, ਜਿਹੜੇ ਪ੍ਰਮਾਤਮਾ ਦੇ ਨਾਮ ਦੇ ਨਾਲ ਉਸ ਅਨਭਉ ਪ੍ਰਕਾਸ਼ ਦੀ ਭਗਤੀ ਕਰਕੇ ਸਾਰੇ ਭਗਤ ਰੱਜੇ ਬੈਠੇ ਆ। ਕਿਉਂਕਿ ਸਾਡੇ ਜਿਹੜੀ ਮਨ ਦੀ ਭੁੱਖ ਹੋਰ ਕਿਸੇ ਚੀਜ਼ ਨਾਲ ਦੂਰ ਨਹੀਂ ਹੁੰਦੀ। ਜਿੰਨੇ ਮਰਜ਼ੀ ਦੁਨੀਆ ਦੇ ਪਦਾਰਥ ਜੀਵ ਖਾਣ, ਆਪਾਂ ਹਰ ਰੋਜ਼ ਪਾਤਸ਼ਾਹ ਤੀਸਰੇ ਦੇ ਬਚਨ ਪੜ੍ਹਦੇ ਹਾਂ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਆਨੰਦ ਸਾਹਿਬ ਦੀ ਬਾਣੀ ਦੇ ਅੰਦਰ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੇ, ਜਿਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ, ਹਰ ਰਸ ਬਹੁ ਨਾ ਤ੍ਰਿਸ਼ਨਾ ਲਾਗੈ ਆਏ। ਜਿਹੜੇ ਜਿਹੜੇ ਜੀਵ ਉਸ ਮਾਲਿਕ ਦੇ ਨਾਮ ਦਾ ਆਸਰਾ ਲੈ ਕੇ ਉਸ ਅਨਭਉ ਪ੍ਰਕਾਸ਼ ਪਰਮਾਤਮਾ ਦੀ ਭਗਤੀ ਕਰਦੇ ਹੋਏ ਮਾਲਿਕ ਦੇ ਨਾਮ ਰਸ ਦੀ ਪ੍ਰਾਪਤੀ ਕਰ ਲੈਂਦੇ ਆ, ਉਹ ਭਗਤ ਰੱਜ ਜਾਂਦੇ ਆ। ਇੱਥੇ ਹੁਣ ਸਮਝਾ ਰਹੇ ਆ ਭੱਟ, ਕਹਿੰਦੇ ਅਨਭਉ ਨੇਜਾ ਨਾਮ ਟੇਕ, ਜਿਤ ਭਗਤ ਅਗਾਣੇ। ਗੁਰੂ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ। ਜਿਵੇਂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਉਹਨਾਂ ਦੀ ਸ਼ਰਨ ਦੇ ਅੰਦਰ ਭਾਈ ਲਹਿਣਾ ਜੀ ਆਏ, ਉਹਨਾਂ ਨੂੰ ਆਪਣਾ ਅੰਗ ਬਣਾ ਕੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੀ ਪਦਵੀ ਦੇ ਕੇ ਸੰਸਾਰ ਦੇ ਅੰਦਰ ਨਵਾਜਿਆ। ਫਿਰ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੀ ਸ਼ਰਨ ਦੇ ਅੰਦਰ
ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਆਏ, ਉਹ ਵੀ ਇਸੇ ਨਾਮ ਦੇ ਨਾਲ ਜੁੜ ਕੇ ਪ੍ਰਮਾਤਮਾ ਦੇ ਵਿੱਚ ਸਮਾ ਗਏ। ਗੁਰ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ, ਇਹ ਰਾਜ ਜੋਗ ਗੁਰ ਰਾਮਦਾਸ ਤੁਮ ਹੂੰ ਰਸ ਜਾਣੇ। ਇਸੇ ਤਰ੍ਹਾਂ ਇਹ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਸਿੱਖਿਆ ਲੈ ਕੇ, ਜਿਸ ਤਰ੍ਹਾਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ, ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਤੋਂ ਬਾਅਦ ਗੁਰੂ ਅਮਰਦਾਸ ਸਾਹਿਬ ਮਹਾਰਾਜ ਇਸ ਮਾਲਿਕ ਦੇ ਨਾਮ ਦੇ ਅੰਦਰ ਸਮਾਏ। ਇਸੇ ਤਰ੍ਹਾਂ ਇਹ ਰਾਜ ਜੋਗ ਤੁਹਾਨੂੰ ਵੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਰਾਜ ਜੋਗ ਦੀ ਬਖਸ਼ਿਸ਼ ਕੀਤੀ, ਜਿਹਦੇ ਰਸ ਨੂੰ ਇਹ ਰਾਜ ਜੋਗ ਗੁਰੂ ਰਾਮਦਾਸ ਤੁਮ ਹੂੰ ਰਸ ਜਾਣੇ। ਤੁਸੀਂ ਵੀ ਇਸ ਰਾਜ ਜੋਗ ਦੇ ਰਸ ਨੂੰ ਜਾਣਨਾ ਕੀਤਾ। ਅੱਗੇ ਸਮਝਾ ਰਹੇ ਆ, ਜਨਕ ਸੋਈ ਜਨ ਜਾਣਿਆ ਉਨ ਮਨ ਰਸ ਧਰਿਆ। ਇੱਕ ਵਾਰ ਦੁਨੀਆਦਾਰੀ ਦੇ ਅੰਦਰ ਰਾਜੇ ਜਨਕ ਦੀ ਵਡਿਆਈ ਕੀਤੀ ਜਾ ਰਹੀ ਹੈ। ਜਨਕ ਰਾਜਾ ਵੱਡਾ ਭਗਤ ਕਹਿ ਕੇ ਭਾਈ ਗੁਰਦਾਸ ਜੀ ਨੇ ਸਤਿਕਾਰ ਦਿੱਤਾ ਤੇ ਬਹੁਤ ਧਰਮੀ ਰਾਜਾ ਹੋਇਆ। ਤੇ ਇਹ ਵੀ ਆਪਾਂ ਸੁਣਦੇ ਹਾਂ ਜਾਂ ਪੜ੍ਹਦੇ ਹਾਂ ਕਿ ਉਹਨਾਂ ਦੇ ਇੱਕ ਘੜੀ ਦੇ ਸਿਮਰਨ ਦੇ ਨਾਲ ਸਾਰੇ ਨਰਕ ਖਾਲੀ ਕਰਵਾਤੇ ਸੀ, ਨਰਕ ਦੇ ਵਿੱਚ ਜੀਵਾਂ ਦਾ ਛੁਟਕਾਰਾ ਕਰਵਾਇਆ। ਇੱਥੇ ਹੁਣ ਸਮਝਾ ਰਹੇ ਆ, ਜਨਕ ਕਿਹਨੂੰ ਕਹਿਤਾ? ਜਨਕ ਸੋਏ ਜਨ ਜਾਣਿਆ ਉਨ ਮਨ ਰਸ ਧਰਿਆ। ਜਿਹੜੇ ਜਿਹੜੇ ਜੀਵ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਲਿਆ, ਆਪਣੇ ਮੂਲ ਨੂੰ ਜਾਣ ਲਿਆ, ਉਹਨੂੰ ਜਨਕ ਕਹਿੰਦੇ ਨੇ। ਜਨਕ ਸੋਏ ਜਨ ਜਾਣਿਆ ਉਨ ਮਨ ਰਸ ਧਰਿਆ। ਉਨ ਮਨ ਰਸ ਧਰਿਆ ਕਿਹੜਾ ਰਸ? ਸਾਡੀ ਸੁਰਤੀ ਦਾ ਰਸ। ਉਸ ਉਨ ਮਨ ਦੇ ਅੰਦਰ ਜਿੱਥੇ ਜਾ ਕੇ ਸਾਡੀ ਸੁਰਤੀ ਆ ਤ੍ਰੈ ਗੁਣਾ ਤੋਂ ਉੱਪਰ ਉੱਠ ਕੇ ਪ੍ਰਮਾਤਮਾ ਦੇ ਨਾਮ ਦੇ ਅੰਦਰ ਲੀਨ ਹੋ ਜਾਂਦੀ ਹੈ, ਜਿੱਥੇ ਕੋਈ ਵੀ ਦੁਨੀਆਦਾਰੀ ਦਾ ਵਿਚਾਰ ਸਾਡੇ ਮਨ ਨੂੰ ਹਿਲਾ ਨਹੀਂ ਸਕਦਾ। ਕਿਉਂਕਿ ਜਦੋਂ ਗੁਰੂ ਦੇ ਮੰਤਰ ਦਾ ਜਾਪ ਕਰਦਾ ਕਰਦਾ ਜੀਵ ਪੌਣ ਤੋਂ ਵੱਖ ਹੋ ਕੇ ਸ਼ਬਦ ਗੁਰੂ ਦੇ ਨਾਲ ਅਭੇਦ ਹੋ ਜਾਂਦਾ, ਉਹਨੂੰ ਉਨਮਨ ਦੀ ਅਵਸਥਾ ਦੱਸਿਆ, ਜਿੱਥੇ ਤਿੰਨਾਂ ਗੁਣਾਂ ਤੋਂ ਉੱਪਰ, ਕਿਉਂਕਿ ਰਜਗੁਣ ਤਮਗੁਣ ਸਤਗੁਣ ਕਹੀਏ ਇਹ ਤੇਰੀ ਸਭ ਮਾਇਆ। ਚੌਥੇ ਪਦ ਕੋ ਜੋ ਨਰ ਕੀਨੇ ਤਿਨੀ ਪਰਮ ਪਦ ਪਾਇਆ। ਚੌਥੇ ਪਦ ਦੇ ਅੰਦਰ ਤੁਰੀਆ ਅਵਸਥਾ ਦੇ ਅੰਦਰ ਜਿੱਥੇ ਜਾ ਕੇ ਸਾਡੀ ਸੁਰਤੀ ਉਸ ਮਾਲਿਕ ਦੇ ਨਾਮ ਦੇ ਅੰਦਰ ਲੀਨ ਹੋ ਜਾਂਦੀ ਹੈ, ਜਿੱਥੇ ਆ ਮਾਇਆ ਦਾ ਪ੍ਰਭਾਵ ਪਹੁੰਚਦਾ ਨਹੀਂ। ਸੁਨਨ ਨਿਰੰਤਰ ਬੀਜੈ ਬੰਦ ਉੱਡੇ ਨਾ ਹੰਸਾ ਪੜੇ ਨਾ ਕੰਦ, ਨਾ ਮਨ ਚੱਲੇ ਨਾ ਪਵਨ ਉਡਾਵੇ। ਜਿੱਥੇ ਸਾਡੇ ਮਨ ਨੂੰ ਪੌਣ ਉਡਾ ਨਹੀਂ ਸਕਦੀ, ਜਿੰਨਾ ਚਿਰ ਅਸੀਂ ਸਵਾਸਾਂ ਦੇ ਅੰਦਰ ਮਿਲ ਕੇ ਚੱਲਦੇ ਹਾਂ ਉਨਾ ਚਿਰ ਸਾਡੇ ਮਨ ਨੂੰ ਪੌਣ ਉਡਾਈ ਫਿਰਦੀ ਆ। ਇਹ ਇੱਕ ਅਵਸਥਾ ਦੱਸੀ ਗਈ ਆ, ਜਨਕ ਸੋਏ ਜਨ ਜਾਣਿਆ ਉਨ ਮਨ ਰਸ ਧਰਿਆ, ਸਤ ਸੰਤੋਖ ਸਮਾਚਰੀ ਅਬਰਾਸਰ ਭਰਿਆ। ਕਿ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਤੁਸੀਂ ਸਤ ਅਤੇ ਸੰਤੋਖ ਦੇ ਅੰਦਰ ਇੰਨੇ ਸਮਾ ਗਏ, ਅਬਰਾਸਰ ਭਰਿਆ। ਜਿਹੜੇ ਜਿਹੜੇ ਜੀਵ ਉਸ ਪ੍ਰਮਾਤਮਾ ਦੀ ਭਗਤੀ ਕਰਦੇ ਆ ਉਹਨਾਂ ਊਣਿਆਂ ਨੂੰ ਮਾਲਕ ਭਰ ਦਿੰਦਾ। ਅਕਥ ਕਥਾ ਅਮਰਾਪੁਰੀ ਜਿਸ ਦੇਹ ਸੋ ਪਾਵੇ। ਉਸ ਅਕਾਲ ਪੁਰਖ ਅਕਥ ਜੋ ਕਥਨ ਤੋਂ ਰਹਿਤ ਹੈ, ਜਿਹਦਾ ਕੋਈ ਅੰਤ ਨਹੀਂ ਹੈ, ਉਹਦੀ ਕਥਾ ਕੌਣ ਕਰਦਾ? ਅਕਥ ਕਥਾ ਅਮਰਾਪੁਰੀ। ਜਿਹੜੇ ਜੀਵ ਅਮਰਾਪੁਰੀ ਦੇ ਵਾਸੀ ਬਣ ਜਾਂਦੇ ਆ, ਜਿਸ ਨੂੰ ਆਪਾਂ ਰੋਜ਼ ਸੋਹਿਲਾ ਸਾਹਿਬ ਦੀ ਬਾਣੀ 'ਚ ਪੜ੍ਹਦੇ ਹਾਂ, ਜਿਸੇ ਜਗਾਏ ਪਿਆਵੇ ਇਹ ਰਸ ਅਕਥ ਕਥਾ ਤੈਨ ਜਾਨੀ। ਜਿਨ੍ਹਾਂ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਇਹ ਤ੍ਰੈ ਗੁਣਾਂ ਦੀ ਨੀਂਦ 'ਚੋਂ ਉਠਾਇਆ, ਆਪਣੇ ਨਾਮ ਦੇ ਰਸ ਦੀ ਦਾਤ ਦਿੱਤੀ, ਜਿਸੇ ਜਗਾਏ ਪਿਆਵੇ ਇਹ ਰਸ ਅਕਥ ਕਥਾ ਤੈਨ ਜਾਨੀ। ਉਹਨਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਅਕਥ ਦੀ ਕਹਾਣੀ ਨੂੰ ਜਾਣਿਆ। ਉਹ ਫਿਰ ਉਸ ਮਾਲਿਕ ਦੀ ਕਹਾਣੀ ਕਰਦੇ ਆ ਜੋ ਮਹਾਰਾਜ ਰੋਜ਼ ਸਾਨੂੰ ਸਮਝਾਉਂਦੇ ਨੇ। ਆਬਹੁ ਸੰਤ ਪਿਆਰਿਓ ਅਕਥ ਕੀ ਕਰਹਿ ਕਹਾਣੀ, ਕਹੈ ਕਹਾਣੀ ਕਥ ਤੇਰੀ ਕਿਤ ਦੁਆਰੈ।
ਪਾਈਐ। ਇਹ ਸੱਚੇ ਪਾਤਸ਼ਾਹ ਅਕਥ ਕਥਾ ਅਮਰਾਪੁਰੀ ਜਿਸ ਦੇਹ ਸੋ ਪਾਵੈ। ਇਹ ਜੀਵ ਦੇ ਆਪ ਦੇ ਵਸ ਨਹੀਂ ਹੈ। ਜਿਹਨੂੰ ਮਾਲਕ ਇਹ ਤ੍ਰੈ ਗੁਣਾਂ ਦੀ ਨੀਂਦ ਚੋਂ ਉਠਾ ਕੇ ਨਾਮ ਦਾ ਰਸ ਪਿਆਉਂਦਾ, ਉਹਨਾਂ ਨੂੰ ਇਸ ਅਕਥ ਕਥਾ ਦਾ ਫਿਰ ਭੇਦ ਦਿੰਦਾ। ਜਿਸੇ ਜਗਾਏ ਪਿਆਵੇ ਇਹ ਰਸ ਅਕਥ ਕਥਾ ਤਿਨ ਜਾਨੀ। ਇਹ ਜਨਕ ਰਾਜ ਗੁਰ ਰਾਮਦਾਸ ਤੁਝ ਹੀ ਬਣ ਆਵੇ। ਇਹ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜਨਕ ਰਾਜ, ਜਨਕ ਸੋਏ ਜਨ ਜਾਣਿਆ ਉਨ ਮਨ ਰਸ ਧਰਿਆ। ਜੇ ਰਾਜ ਪਰਮਾਤਮਾ ਦਾ ਤੁਸੀਂ ਆਪ ਹੀ ਜਾਣਦੇ ਹੋ, ਇਹ ਜਨਕ ਰਾਜ ਗੁਰ ਰਾਮਦਾਸ ਤੁਝ ਹੀ ਬਣ ਆਵੇ। ਤੁਹਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਇਹ ਬਖਸ਼ਿਸ਼ ਕੀਤੀ। ਅੱਗੇ ਹੁਣ ਜਿਹੜੇ ਸਵਈਏ ਨੇ ਉਹ ਨਲ ਭੱਟ ਹੋਇਆ, ਉਹਦੇ ਆ ਰਹੇ ਆ। ਇੱਥੇ ਸਵਈਆਂ ਦੀ ਚਾਲ ਵੀ ਬਦਲੀ ਹੋ ਜਾਣੀ ਹੈ। ਸਮਝਾ ਰਹੇ ਹਨ, ਕਹਿੰਦੇ ਸਤਿਗੁਰ ਨਾਮ ਏਕ ਲਿਵ ਮਨ ਜਪੇ ਦ੍ਰਿੜ। ਤਿੰਨ ਜਨ ਦੁਖ ਪਾਪ ਕਹੋ ਕਤ ਹੋਵੇ ਜੀਓ। ਨਲ ਭੱਟ ਸਮਝਾ ਰਹੇ ਆ ਕਿ ਜਿਹੜੇ ਜੀਵ ਸਤਿਗੁਰ ਨਾਮ ਏਕ ਲਿਵ ਮਨ ਜਪੈ, ਜਿਨ੍ਹਾਂ ਨੇ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਇੱਕ ਮਨ ਹੋ ਕੇ ਜਪਣਾ ਕੀਤਾ, ਜੋ ਆਪਾਂ ਨੂੰ ਗੁਰੂ ਨਾਨਕ ਦੇ ਘਰ ਦਾ ਉਪਦੇਸ਼ ਹੈ ਕਿ ਜਦੋਂ ਵੀ ਤੁਸੀਂ ਪਰਮਾਤਮਾ ਦੀ ਵਡਿਆਈ ਕਰਨੀ ਆ, ਨਾਮ ਨੂੰ ਜਪਣਾ, ਆਪਣੇ ਧਿਆਨ ਦੀ ਇਕਾਗਰਤਾ ਵਾਸਤੇ ਆਪਣੀ ਆਵਾਜ਼ ਦੇ ਅੰਦਰ ਲੀਨ ਹੋਣਾ, ਤਾਂ ਕਿ ਤੁਹਾਡਾ ਧਿਆਨ ਦੁਨੀਆ ਦੇ ਵਿਚਾਰਾਂ 'ਚ ਨਾ ਭੱਜੇ। ਇਸੇ ਕਰਕੇ ਇਹ ਗੁਰੂ ਦੇ ਮੰਤਰ ਦਾ ਜਾਪ ਸਾਨੂੰ ਦੱਸਿਆ ਗਿਆ। ਜਦੋਂ ਆਪਾਂ ਬੋਲਦੇ ਹਾਂ ਵਾਹਿਗੁਰੂ ਵਾਹਿਗੁਰੂ, ਤੇ ਆਪਣੀ ਆਵਾਜ਼ ਨੂੰ ਸੁਣਦੇ ਸੁਣਦੇ ਸਾਡੀ ਲਿਵ ਉਸ ਮਾਲਕ ਦੇ ਨਾਮ ਨਾਲ ਜੁੜਨੀ ਸ਼ੁਰੂ ਹੁੰਦੀ ਹੈ। ਜਿਨ੍ਹਾਂ ਨੇ ਫਿਰ ਇਸ ਤਰ੍ਹਾਂ ਮਹਾਰਾਜ ਕਹਿੰਦੇ ਜਪਿਆ, ਸਤਿਗੁਰ ਨਾਮ ਏਕ ਲਿਵ ਮਨ ਜਪੈ, ਆਪਦੇ ਮਨ ਦੀ ਲਿਵ ਪਰਮਾਤਮਾ ਨਾਲ ਜੋੜ ਕੇ ਜਪੈ। ਦ੍ਰਿੜ ਤਨ, ਜਿਹਨੂੰ ਦ੍ਰਿੜ ਕਰਨਾ, ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ ਕਰਨਾ ਹੁੰਦਾ, ਬਾਰ-ਬਾਰ ਬੋਲ ਕੇ ਪੱਕਾ ਕਰਨਾ। ਜਿਨ੍ਹਾਂ ਨੇ ਫਿਰ ਕੀਤਾ, ਤਿੰਨ ਜਨ ਦੁੱਖ ਪਾਪ ਕਹੋ ਕਤ ਹੋਵੇ ਜੀਓ। ਉਹਨਾਂ ਗੁਰਮੁਖ ਲੋਕਾਂ ਨੂੰ ਆਪਦੇ ਜੀਵਨ ਦੇ ਅੰਦਰ ਨਾ ਕੋਈ ਦੁੱਖ ਨਾ ਕੋਈ ਪਾਪ, ਉਹਨਾਂ ਦਾ ਕੁਝ ਵਿਗਾੜ ਨਹੀਂ ਸਕੇਗਾ, ਨਾ ਉਹ ਇਸ ਰਸਤੇ ਚੱਲਣ। ਤਾਰਨ ਤਰਨ ਖਿਨ ਮਾਤਰ ਜਾਕੋ ਦ੍ਰਿਸ਼ਟ ਧਾਰੈ, ਸ਼ਬਦ ਰਿੱਧ ਵਿਚਾਰੈ ਕਾਮ ਕ੍ਰੋਧ ਖੋਵੇ ਜੀਓ। ਜਿਹੜਾ ਪਰਮੇਸ਼ਰ ਦਾ ਨਾਮ ਇੱਕ ਖਿਨ ਦੇ ਅੰਦਰ ਜਦੋਂ ਸਾਡੀ ਲਿਵ ਜੁੜਨੀ ਸ਼ੁਰੂ ਹੋ ਜਾਂਦੀ ਆ, ਇੱਕ ਪਲ ਜੇ ਇੱਕ ਛਨ ਧਿਆਇਓ ਕਾਲ ਫਾਸ ਕੇ ਬੀਚ ਨਾ ਆਇਓ। ਇੱਕ ਖਿਨ ਜਿੰਨੇ ਸਮੇਂ 'ਚ ਸਾਨੂੰ ਇਹ ਸੰਸਾਰ ਸਮੁੰਦਰ ਤੋਂ ਤਾਰਨ ਦੀ ਸਮਰੱਥਾ ਰੱਖਦਾ। ਤਾਰਨ ਤਰਨ ਖਿਨ ਮਾਤਰ ਜਾਕੋ ਦ੍ਰਿਸ਼ਟ ਧਾਰੈ, ਜਿਹਦੇ ਉੱਪਰ ਇਹ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਗੁਰੂ ਦੀ ਦ੍ਰਿਸ਼ਟੀ ਪੈ ਜਾਂਦੀ ਹੈ, ਕਿਉਂਕਿ ਗੁਰੂ ਦੀ ਦ੍ਰਿਸ਼ਟੀ 'ਚ ਪਾਵਰ ਹੈ। ਗੁਰੂ ਤਾਂ ਬਹੁਤ ਵੱਡੀ ਗੱਲ ਹੈ। ਇੱਥੇ ਤਾਂ ਗੁਰਬਾਣੀ ਦੇ ਅੰਦਰ ਇੰਨਾ ਵੀ ਸਾਨੂੰ ਗਿਆਨ ਦਿੱਤਾ ਗਿਆ ਕਿ ਬ੍ਰਹਮ ਗਿਆਨੀ ਕੀ ਅੰਮ੍ਰਿਤ ਦ੍ਰਿਸ਼ਟ। ਜੇ ਕੋਈ ਜੀਵ ਬ੍ਰਹਮ ਦੇ ਗਿਆਨ ਦੀ ਪ੍ਰਾਪਤੀ ਕਰ ਲੈਂਦਾ, ਬ੍ਰਹਮ ਦੇ ਨਾਲ ਜੁੜਨਾ ਸ਼ੁਰੂ ਕਰ ਲੈਂਦਾ, ਉਹਦੀ ਦ੍ਰਿਸ਼ਟੀ ਦੇ ਅੰਦਰ ਇੰਨੀ ਪਾਵਰ ਆ ਜਾਂਦੀ ਆ, ਉਹ ਜਿਹੜੇ ਜੀਵ ਵੱਲ ਝਾਕਦੇ ਆ ਉੱਤੇ ਅੰਮ੍ਰਿਤ ਦ੍ਰਿਸ਼ਟ ਪਾ ਕੇ ਉਹਦੇ ਤਪਦੇ ਹੋਏ ਮਨ ਨੂੰ ਸ਼ਾਂਤ ਕਰ ਦਿੰਦੇ ਆ। ਬ੍ਰਹਮ ਗਿਆਨੀ ਕੀ ਅੰਮ੍ਰਿਤ ਦ੍ਰਿਸ਼ਟ। ਇੱਥੇ ਹੁਣ ਸਮਝਾ ਰਹੇ ਆ, ਜਾ ਕੋ ਦ੍ਰਿਸ਼ਟ ਧਾਰੈ ਸ਼ਬਦ ਰਿੱਧ ਵਿਚਾਰੈ। ਜਿਨ੍ਹਾਂ ਦੇ ਉੱਪਰ ਇਹ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਤੁਸੀਂ ਆਪਣੀ ਦ੍ਰਿਸ਼ਟੀ ਦਾ ਤੀਰ ਮਾਰਿਆ, ਉਹਨਾਂ ਨੇ ਆਪਣੇ ਹਿਰਦੇ ਦੇ ਅੰਦਰ ਸ਼ਬਦ ਦੀ ਵਿਚਾਰ ਕੀਤੀ। ਸ਼ਬਦ ਦੀ ਵਿਚਾਰ ਕਰਕੇ ਉਸ ਪਰਮਾਤਮਾ ਦੀ ਬੰਦਗੀ ਕਰਕੇ ਉਹਦੇ ਨਾਲ ਜੁੜਨਾ ਸ਼ੁਰੂ ਕੀਤਾ। ਕਾਮ ਕ੍ਰੋਧ ਖੋਵੇ ਜੀਓ। ਉਹਨਾਂ ਜੀਵਾਂ ਦੇ ਮਨਾਂ ਦੇ ਅੰਦਰੋਂ ਆ ਜਿਹੜੇ ਵੱਡੇ ਮਹਾਬਲੀ ਆ, ਕਾਮ ਕ੍ਰੋਧ ਕਾਇਆ ਕੋ ਗਾਲੇ ਜਿਉ ਕੰਚਨ ਸੁਹਾਗਾ ਢਾਲੇ।
ਇਹ ਜਿਹੜੀਆਂ ਦੋ ਚੀਜ਼ਾਂ ਸਾਡੇ ਸਰੀਰ ਦਾ ਵੀ ਨਾਸ਼ ਕਰਦੀਆਂ, ਸਾਡੇ ਮਨ ਦਾ ਵੀ ਨਾਸ਼ ਕਰਦੀਆਂ। ਇਹ ਦੋਨੋਂ ਚੀਜ਼ਾਂ ਜਦੋਂ ਤੁਹਾਡੀ ਦ੍ਰਿਸ਼ਟੀ ਪੈਂਦੀ ਕਿਸੇ ਜੀਵ ਦੇ ਉੱਪਰ, ਉਹਦੇ ਹਿਰਦੇ ਦੇ ਅੰਦਰ ਸ਼ਬਦ ਦੀ ਵਿਚਾਰ ਚੱਲਦੀ ਤਾਂ ਕਾਮ ਕ੍ਰੋਧ ਖੋਵੇ ਜੀਓ। ਉਹਨਾਂ ਦੇ ਹਿਰਦੇ ਚੋਂ ਤੁਸੀਂ ਕਾਮ ਕ੍ਰੋਧ ਨੂੰ ਪਾਸੇ ਕਰ ਦਿੰਦੇ ਹੋ। ਜੀਵਨ ਸਭ ਦਾਤਾ ਅਗਮ ਗਿਆਨ ਵਿਖਿਆਤਾ, ਇਹਨਸ ਧਿਆਨ ਧਾਵੇ ਪਲਕ ਨਾ ਸੋਵੇ ਜੀਓ। ਹੁਣ ਸਮਝਾ ਰਹੇ ਆ ਕਿ ਉਹ ਜਿਹੜਾ ਮਾਲਕ ਸਾਰਿਆਂ ਜੀਆਂ ਦਾ ਦਾਤਾ ਹੈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ। ਜੀਵਨ ਸਭ ਦਾਤਾ ਅਗਮ ਗਿਆਨ ਵਿਖਿਆਤਾ। ਇਹ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਉਸ ਅਗੰਮ ਪਰਮਾਤਮਾ ਦਾ ਤੁਸੀਂ ਗਿਆਨ ਦਾ ਵਿਖਿਆਨ ਕਰ ਰਹੇ ਹੋ। ਜੀਵਾਂ ਨੂੰ ਉਸ ਅਕਾਲ ਪੁਰਖ ਅਗੰਮੀ ਜੋ ਸ਼ਕਤੀ ਹੈ ਪਰਮਾਤਮਾ, ਉਹਦਾ ਗਿਆਨ ਬਖਸ਼ਿਸ਼ ਕਰ ਰਹੇ ਹੋ, ਜਿਹੜਾ ਸਾਰਿਆਂ ਜੀਆਂ ਦਾ ਦਾਤਾ ਹੈ। ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ। ਜੀਵਨ ਸਭ ਦਾਤਾ ਅਗੰਮ ਗਿਆਨ ਵਿਖਿਆਤਾ, ਇਹਨਸ ਧਿਆਨ ਧਾਵੇ। ਤੁਹਾਡਾ ਦਿਨ ਰਾਤ ਉਸ ਮਾਲਿਕ ਦੇ ਨਾਲ ਧਿਆਨ ਜੁੜਿਆ ਰਹਿੰਦਾ, ਪਲਕ ਨਾ ਸੋਵੇ ਜੀਓ। ਇੱਕ ਅੱਖ ਝਮਕਣ ਜਿੰਨਾ ਸਮਾਂ ਵੀ ਤੁਸੀਂ ਸੌਂਦੇ ਨਹੀਂ। ਇੱਥੇ ਹੁਣ ਬਹੁਤ ਗਹਿਰੀ ਵਿਚਾਰ ਆ। ਆਮ ਜੀਵ ਦੇ ਮਨ ਦੇ ਅੰਦਰ ਹੀ ਵਿਚਾਰ ਬਣ ਗਈ ਹੋਊਗੀ, ਬਣ ਜਾਂਦੀ ਹੈ ਕਈ ਵਾਰ ਕਿ ਕੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜਾਂ ਜਿਹੜੇ ਪ੍ਰਮਾਤਮਾ ਦੀ ਬੰਦਗੀ ਕਰਨ ਵਾਲੇ ਲੋਕ ਆ, ਉਹ ਇੱਕ ਪਲਕ ਜਿੰਨੀ ਨੀਂਦ ਵੀ ਨਹੀਂ ਲੈਂਦੇ। ਐਸਾ ਨਹੀਂ, ਉਹ ਤ੍ਰੈ ਗੁਣਾਂ ਦੀ ਨੀਂਦ ਦੇ ਅੰਦਰ ਨਹੀਂ ਸੌਂਦੇ। ਨੀਂਦ ਤਾਂ ਸਾਰੇ ਸੰਸਾਰ ਨੂੰ ਆਉਂਦੀ ਆ। ਆ ਸਰੀਰ ਨੂੰ ਰਿਲੈਕਸ ਕਰਨ ਵਾਸਤੇ ਨੀਂਦ ਬਹੁਤ ਜ਼ਰੂਰੀ ਆ। ਜਿਹੜੇ ਬੰਦੇ ਨੂੰ ਨੀਂਦ ਆਉਣੋਂ ਹਟ ਜੇ, ਉਹਦਾ ਦਿਮਾਗ ਦਾ ਸੰਤੁਲਨ ਵੀ ਖਰਾਬ ਹੋ ਸਕਦਾ। ਕਿਹੜੀ ਨੀਂਦ ਨਹੀਂ ਸੌਂਦੇ? ਅਗਿਆਨਤਾ ਦੀ ਨੀਂਦ, ਅਵਿਦਿਆ ਰੂਪੀ ਨੀਂਦ, ਤ੍ਰੈ ਗੁਣਾਂ ਦੀ ਨੀਂਦ ਦੇ ਅੰਦਰ ਨਹੀਂ ਜੀਵ ਸੌਂਦੇ। ਜਿਹਨੂੰ ਰੋਜ਼ ਪਾਤਸ਼ਾਹ ਸਮਝਾਉਂਦੇ ਆ ਕਿ ਸਰੀਰਕ ਤੌਰ ਤੇ ਜਾਗਣ ਤੋਂ ਬਾਅਦ ਇਹ ਸਾਰਾ ਸੰਸਾਰ ਫੇਰ ਸੌ ਜਾਂਦਾ। ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਇਹ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਵਨ ਸਭ ਦਾਤਾ ਗਮ ਗਿਆਨ ਵਿਖਿਆਤਾ, ਇਹਨਸ ਧਿਆਨ ਧਾਵੇ ਪਲਕ ਨਾ ਸੋਵੇ ਜੀਓ। ਜਾ ਕੋ ਦੇਖ ਦਰਿਦਰ ਜਾਵੇ, ਨਾਮ ਸੋ ਨਿਧਾਨ ਪਾਵੇ। ਗੁਰਮੁਖ ਗਿਆਨ ਦੁਰਮਤ ਮੈਲ ਧੋਵੇ ਜੀਓ। ਇਹ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜਿਹੜੇ ਜਿਹੜੇ ਜੀਵ ਤੁਹਾਡੀ ਸ਼ਰਨ ਦੇ ਅੰਦਰ ਆਉਂਦੇ ਆ, ਤੁਹਾਡੇ ਦਰਸ਼ਨਾਂ 'ਚ ਇਹ ਪਾਵਰ ਹੈ। ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਤੁਹਾਡੇ ਦਰਸ਼ਨਾਂ 'ਚ ਇੰਨੀ ਸ਼ਾਂਤੀ ਲੱਭਦੀ ਆ, ਇੰਨਾ ਸੁੱਖ ਮਹਿਸੂਸ ਹੁੰਦਾ। ਜਾ ਕੋ ਦੇਖਤ ਦਰਿਦਰ ਜਾਵੇ। ਸਾਡੇ ਮਨ ਦੇ ਅੰਦਰ ਜਿਹੜੇ ਦਰਿਦਰ ਨੇ, ਗਰੀਬੀ ਆ, ਉਹ ਦੂਰ ਹੋ ਜਾਂਦੀ ਆ, ਕਿਉਂਕਿ ਨਾਮ ਸੋ ਨਿਧਾਨ ਪਾਵੇ। ਤੁਹਾਡੀ ਸ਼ਰਨ ਦੇ ਅੰਦਰ ਆ ਕੇ ਜੀਵਾਂ ਨੂੰ ਉਸ ਖਜ਼ਾਨੇ ਦੀ ਪ੍ਰਾਪਤੀ ਹੁੰਦੀ ਆ, ਜਿਹੜਾ ਪਰਮੇਸ਼ਰ ਦਾ ਨਾਮ ਰੂਪੀ ਖਜ਼ਾਨਾ, ਜਿਹਦੀ ਪ੍ਰਾਪਤੀ ਹੋਣ ਤੋਂ ਬਾਅਦ ਜੀਵ ਦਾ ਜਨਮ ਸਫਲ ਹੁੰਦਾ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਬੜ ਭਾਗੀ ਹੈ। ਜਾ ਕੋ ਦੇਖ ਦਰਿਦਰ ਜਾਵੇ, ਨਾਮ ਸੋ ਨਿਧਾਨ ਪਾਵੇ। ਗੁਰਮੁਖ ਗਿਆਨ, ਗੁਰਮੁਖ ਦਾ ਜਿਹੜਾ ਗਿਆਨ ਹੈ, ਦੁਰਮਤ ਮੈਲ ਧੋਵੇ ਜੀਓ। ਉਹ ਜੀਵਾਂ ਦੇ ਮਨ ਦੇ ਉੱਪਰ ਜਿਹੜੀ ਦੁਰਮਤ ਦੀ ਮੈਲ ਹੈ, ਉਹਨੂੰ ਸਾਫ਼ ਕਰ ਦਿੰਦੇ ਆ। ਕਿਉਂਕਿ ਦੁਰਮਤ ਦੀ ਮੈਲ ਹੀ ਸਾਰੇ ਸੰਸਾਰ ਦੇ ਅੰਦਰ ਦੁੱਖਾਂ ਦਾ ਕਾਰਨ ਹੈ। ਦੁਰਮਤ ਅਗਨ ਜਗਤ ਪ੍ਰਜਾਰੇ। ਆ ਸਾਰਾ ਸੰਸਾਰ ਦੁਰਮਤ ਦੀ ਅਗਨ ਦੇ ਅੰਦਰ ਸੜ ਰਿਹਾ। ਕੌਣ ਬਚੇਗਾ? ਸੋ ਉਭਰੇ ਗੁਰ ਸ਼ਬਦ ਵਿਚਾਰੈ। ਜਿਹੜਾ ਗੁਰੂ ਦੀ ਸ਼ਬਦ ਦੇ ਵਿਚਾਰ ਨਾਲ ਜੁੜ ਜੂਗਾ, ਉਹ ਇਸ ਦੁਰਮਤ ਦੀ ਅਗਨ ਤੋਂ ਬਚੇਗਾ। ਨਹੀਂ ਤਾਂ ਸਾਰਾ ਸੰਸਾਰ ਦੁਰਮਤ ਦੀ ਅਗਨ ਦੇ ਅੰਦਰ ਸੜ ਰਿਹਾ। ਇਹ ਸੱਚੇ ਪਾਤਸ਼ਾਹ ਗੁਰਮੁਖ ਗਿਆਨ ਦੁਰਮਤ ਮੈਲ ਧੋਵੇ ਜੀਓ। ਗੁਰਮੁਖ ਦਾ ਜਿਹੜਾ ਗਿਆਨ ਹੈ, ਉਹ ਜੀਵਾਂ ਦੇ ਮਨ ਤੋਂ ਦੁਰਮਤ ਦੀ ਜਿਹੜੀ ਮੈਲ ਹੈ, ਇਹਨੂੰ ਸਾਫ਼ ਕਰ ਦਿੰਦਾ। ਸਤਿਗੁਰ ਨਾਮ
ਏਕ ਲਿਵ ਮਨ ਜਪੈ ਦ੍ਰਿੜ, ਤਿੰਨ ਜਨ ਦੁਖ ਪਾਪ ਕਹੋ ਕਤ ਹੋਵੇ ਜੀਓ। ਇਹ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜਿਨ੍ਹਾਂ ਜਿਨ੍ਹਾਂ ਜੀਵਾਂ ਨੇ ਸਤਿਗੁਰ ਦੇ ਨਾਮ ਨੂੰ ਲਿਵ ਲਾ ਕੇ ਦ੍ਰਿੜ ਕੀਤਾ, ਜਪਣਾ ਕੀਤਾ, ਤਿੰਨ ਜਨ ਦੁਖ ਪਾਪ ਕਹੋ ਕਤ ਹੋਵੇ ਜੀਓ। ਉਹਨਾਂ ਜਨਾਂ ਨੂੰ ਨਾ ਕੋਈ ਦੁੱਖ ਨਾ ਕੋਈ ਪਾਪ ਹੋ ਨਹੀਂ ਸਕਦਾ। ਧਰਮ ਕਰਮ ਪੂਰੇ ਸਤਿਗੁਰ ਪਾਈ ਹੈ। ਇਹ ਸੱਚੇ ਪਾਤਸ਼ਾਹ ਪੂਰੇ ਸਤਿਗੁਰ ਦੀ ਸ਼ਰਨ ਦੇ ਅੰਦਰ ਆ ਕੇ ਜੀਵ ਨੇ ਜਿਹੜੇ ਉਹ ਧਰਮ ਕਰਮ ਦੀ ਪ੍ਰਾਪਤੀ ਕਰਦੇ ਆ। ਧਰਮ ਤੇ ਕਰਮ, ਇੱਕ ਸੰਸਾਰ ਦਾ ਕਰਮ ਹੈ ਤੇ ਦੂਸਰੇ ਪਾਸੇ ਹੈ ਧਰਮ। ਹੁਣ ਜਿੰਨਾ ਚਿਰ ਜੀਵ ਸਤਿਗੁਰ ਦੀ ਪੂਰਨ ਤੌਰ ਤੇ ਮਤ ਨਹੀਂ ਲੈਂਦਾ, ਉਨਾ ਚਿਰ ਉਹਨਾਂ ਨੂੰ ਧਰਮ ਦਾ ਵੀ ਪੂਰਨ ਤੌਰ ਤੇ ਗਿਆਨ ਨਹੀਂ ਹੁੰਦਾ ਤੇ ਨਾ ਧਰਮ ਦੇ ਕਰਮ ਦਾ ਗਿਆਨ ਹੁੰਦਾ। ਤੇ ਦੂਸਰੇ ਪਾਸੇ ਆਪਾਂ ਇਹ ਵੀ ਜਾਣਦੇ ਹਾਂ ਕਿ ਅਧੂਰਾ ਜਿਹੜਾ ਗਿਆਨ ਆ ਉਹ ਤਾਂ ਕਿਸੇ ਵੀ ਕੰਮ ਦੇ ਅੰਦਰ ਜੀਵ ਦੀ ਸਫਲਤਾ ਨਹੀਂ ਹੋਣ ਦਿੰਦਾ। ਤੇ ਜਿਹੜੇ ਜਿਹੜੇ ਜੀਵ ਧਰਮ ਦੇ ਅਧੂਰੇ ਗਿਆਨ ਅੰਦਰ ਚੱਲ ਪੈਂਦੇ ਆ, ਉਹ ਤਾਂ ਧਰਮ ਦੇ ਰਸਤੇ ਚੱਲ ਕੇ ਸੁੱਖ ਪ੍ਰਾਪਤ ਕਰਨ ਦੀ ਜਗ੍ਹਾ ਕਈ ਵਾਰ ਬੰਧਨਾਂ ਦੇ ਅੰਦਰ ਜਕੜੇ ਜਾਂਦੇ ਆ। ਸਤਿਗੁਰ ਦਾ ਗਿਆਨ ਸਾਨੂੰ ਕੀ ਸਮਝਾ ਰਿਹਾ? ਜਿਵੇਂ ਸੰਸਾਰ ਦੇ ਅੰਦਰ ਧਰਮਾਂ ਦੇ ਨਾਂ ਤੇ ਝਗੜੇ ਆ, ਉਹ ਕਹਿੰਦੇ ਜੀ ਸਾਡਾ ਧਰਮ ਵੱਡਾ, ਮੈਂ ਬਹੁਤ ਵੱਡਾ ਧਰਮੀ ਆ। ਦੂਸਰਾ ਜੀਵ ਕਹਿੰਦਾ ਜੀ ਮੇਰਾ ਧਰਮ ਬਹੁਤ ਵੱਡਾ, ਮੈਂ ਸਾਰਿਆਂ ਤੋਂ ਵੱਡਾ ਧਰਮੀ ਆ। ਪਰ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਨੇ ਸਾਨੂੰ ਇਹ ਗਿਆਨ ਉਪਦੇਸ਼ ਦਿੱਤਾ ਕਿ ਧਰਮ ਕਿਹੜਾ ਸਫਲ ਹੈ। ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਸਾਰੇ ਧਰਮਾਂ ਤੋਂ ਜੀਵ ਦਾ ਉੱਚਾ ਸ੍ਰੇਸ਼ਟ ਧਰਮ ਕਿਹੜਾ, ਸ਼੍ਰੋਮਣੀ ਧਰਮ ਕਿਹੜਾ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਜਿਹੜਾ ਹੁਣ ਜੀਵ ਨਾ ਤਾਂ ਹਰੀ ਦਾ ਨਾਮ ਜਪਦਾ ਨਾ ਉਹ ਨਿਰਮਲ ਕਰਮ ਕਰਦਾ, ਉਹਦਾ ਫਿਰ ਧਰਮ ਕਿਹੜਾ ਹੋਇਆ ਜੀ। ਇਸ ਕਰਕੇ ਸਾਨੂੰ ਬਹੁਤ ਜ਼ਰੂਰਤ ਹੈ ਸੱਚੇ ਧਰਮ ਦਾ ਗਿਆਨ ਲੈਣ ਵਾਸਤੇ। ਜੇ ਧਰਮ ਦਾ ਵੀ ਅੱਜ ਜਿੰਨੇ ਆ ਸੰਸਾਰ ਦੇ ਅੰਦਰ ਧਰਮ ਦੇ ਨਾਂ ਤੇ ਝਗੜੇ ਆ, ਜਾਂ ਸ਼ੁਰੂ ਤੋਂ ਲੈ ਕੇ ਪਏ, ਇਹ ਸਾਰੇ ਧਰਮ ਦੇ ਅਧੂਰੇ ਗਿਆਨ ਕਰਕੇ ਆ। ਜਿਹਨੂੰ ਸੱਚ ਧਰਮ ਦਾ ਗਿਆਨ ਪੈਦਾ ਹੋ ਗਿਆ, ਉੱਥੇ ਧਰਮ ਦੇ ਨਾਂ ਤੇ ਝਗੜਾ ਨਹੀਂ ਪੈਦਾ ਹੁੰਦਾ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਨੇ ਭਗਤਾਂ ਨੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੋਈ, ਇਹਨਾਂ ਨੇ ਕਿਤੇ ਵੀ ਧਰਮ ਦੇ ਨਾਂ ਤੇ ਝਗੜਾ ਨਹੀਂ ਖੜਾ ਕੀਤਾ। ਸਗੋਂ ਪਖੰਡੀ ਲੋਕਾਂ ਨੇ, ਜਿਹੜੇ ਧਰਮ ਦੇ ਅਧੂਰੇ ਗਿਆਨ ਵਾਲੇ ਲੋਕ ਸੀ, ਉਹਨਾਂ ਨੇ ਬਹੁਤ ਸਾਰੀਆਂ ਮੁਸ਼ਕਲਾਂ ਤਾਂ ਖੜੀਆਂ ਕੀਤੀਆਂ। ਇੱਥੋਂ ਤੱਕ ਭਗਤ ਨਾਮ ਦੇ ਵਰਗਿਆਂ ਦੇ ਅੱਗੇ ਮਰੀਆਂ ਹੋਈਆਂ ਗਊਆਂ ਵੀ ਸਤਾਈਆਂ। ਪਰ ਜਿਹੜਾ ਧਰਮ ਹੈ, ਜਦੋਂ ਸਤਿਗੁਰ ਦੀ ਸ਼ਰਨ ਦੇ ਅੰਦਰ ਜੀਵ ਆ ਕੇ ਇਸ ਦਾ ਗਿਆਨ ਲੈਂਦਾ ਤਾਂ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਹਨ, ਧਰਮ ਕਰਮ ਪੂਰੇ ਸਤਿਗੁਰ ਪਾਈ ਹੈ। ਜਾ ਕੀ ਸੇਵਾ ਸਿੱਧ ਸਾਧ ਮੁੰਜਨ ਸੁਰਨਰ ਜਾਚੈ, ਸ਼ਬਦ ਸਾਰ ਏਕ ਲਿਵ ਲਾਈ ਹੈ। ਕਿਹੜਾ ਧਰਮ ਦਾ ਗਿਆਨ ਸਤਿਗੁਰ ਤੋਂ ਪ੍ਰਾਪਤ ਕਰਨਾ, ਕਿ ਅਸੀਂ ਕਿਵੇਂ ਸ਼ਬਦ ਦੇ ਨਾਲ ਅਭੇਦ ਹੋ ਕੇ ਆਪਣੇ ਟੁੱਟੇ ਹੋਏ ਲਿਵ ਨੂੰ, ਜਿਹੜੀ ਜਨਮ ਸਮੇਂ ਸਾਰੇ ਜੀਵਾਂ ਦੀ ਟੁੱਟਦੀ ਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਉਹ ਆਪਣੀ ਟੁੱਟੀ ਹੋਈ ਲਿਵ ਨੂੰ ਦੁਬਾਰੇ ਕਿਵੇਂ ਆਪਣੇ ਮੂਲ ਸੱਚ ਪਰਮਾਤਮਾ ਦੇ ਨਾਲ ਜੋੜਨਾ, ਇਹ ਹੈ ਧਰਮ ਦਾ ਪੂਰਨ ਤੌਰ ਤੇ ਸੱਚਾ ਗਿਆਨ। ਜਾ ਕੀ ਸੇਵਾ ਸਿੱਧ ਸਾਧ, ਜਿਹੜੇ ਉਸ ਮਾਲਕ ਦੀ ਸੇਵਾ ਸਿੱਧ ਲੋਕ, ਸਾਧ ਜਨ ਮੁਨੀ ਜਨ ਸੁਰਨਰ ਦੇਵਤੇ ਜਾਚੈ, ਉਹ ਵੀ ਚਾਹੁੰਦੇ ਆ ਕਿ ਕਿਸੇ ਨਾ ਕਿਸੇ ਵਿਧੀ ਦੁਆਰਾ ਸਾਡਾ ਧਿਆਨ ਸਾਡੇ ਮੂਲ ਦੇ ਨਾਲ ਜੁੜ ਜੇ, ਸਾਨੂੰ ਸਾਡੇ ਮਨ ਦੀ ਖੁਰਾਕ ਅੰਮ੍ਰਿਤ ਰਸ ਦੀ ਪ੍ਰਾਪਤੀ ਹੋ ਜੇ। ਜਿਹਨੂੰ ਆਪਾਂ ਰੋਜ਼ ਪੜ੍ਹਦੇ ਹਾਂ, ਸੁਰਨਰ ਮੁਨਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਜਿਹਨੂੰ ਮਹਾਰਾਜ ਕਹਿੰਦੇ ਧਰਮ ਕਰਮ ਪੂਰੇ ਸਤਿਗੁਰ ਪਾਈ ਹੈ। ਜਾ ਕੀ ਸੇਵਾ ਸਿੱਧ ਸਾਧ ਮੁੰਜਨ ਸੁਰਨਰ ਜਾਚੈ, ਸ਼ਬਦ ਸਾਰ ਏਕ ਲਿਵ ਲਾਈ ਹੈ। ਧੁਨ ਜਾਣੇ ਕੋ ਤੇਰਾ ਅਪਾਰ, ਨਿਰਭਉ ਨਿਰੰਕਾਰ, ਅਕਥ ਕਥਨਹਾਰ ਤੁਝੇ ਵਜਾਈ ਹੈ।
कि ਜਿਹੜੇ ਜਿਹੜੇ ਜੀਵ ਉਸ ਪਾਰਾਵਾਰ ਨਿਰਭਉ ਨਿਰੰਕਾਰ ਅਕਥ ਜਿਹਨੂੰ ਕਥਿਆ ਨਹੀਂ ਜਾ ਸਕਦਾ ਪਰਮਾਤਮਾ ਦਾ ਜਿਹੜਾ ਖੇਲ ਹੈ ਉਹ ਕੌਣ ਜਾਣਦਾ, ਜਿਹਦੇ ਤੇ ਮਾਲਕ ਕਿਰਪਾ ਕਰਦਾ ਹੈ। ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਉਸ ਅਕਥ ਪਰਮਾਤਮਾ ਨੂੰ ਨਿਰਭਉ ਨਿਰੰਕਾਰ ਨੂੰ ਕਥਨ ਦਾ ਜਿਹੜੀ ਉਹਦੀ ਅਕਥ ਕਥਾ ਹੈ ਅਕਾਲ ਪੁਰਖ ਵਾਹਿਗੁਰੂ ਨੇ ਆਪ ਜੀ ਤੇ ਬਖਸ਼ਿਸ਼ ਕੀਤੀ ਹੈ। ਤਾਂ ਤੁਸੀਂ ਉਸ ਮਾਲਕ ਦੀ ਨਿਰਭਉ ਨਿਰੰਕਾਰ ਜੋ ਹੈ ਉਹਨੂੰ ਤੁਸੀਂ ਜਾਣਿਆ। ਹੁਣ ਜਾਣੇ ਕੋ ਤੇਰਾ ਅਪਾਰ, ਅਸੀਂ ਹੁਣ ਤੇਰੇ ਪਾਰਾਵਾਰ ਦੇ ਤੇਰੇ ਗੁਣਾਂ ਨੂੰ ਕਿਵੇਂ ਜਾਣ ਸਕਦੇ ਹਾਂ। ਤੁਸੀਂ ਉਸ ਮਾਲਕ ਦਾ ਰੂਪ ਹੀ ਹੋਗੇ, ਕਿਉਂਕਿ ਉਹਨਾਂ ਨੇ ਕਿਰਪਾ ਕਰਕੇ ਆਪਣਾ ਭੇਦ ਤੁਹਾਨੂੰ ਦਿੱਤਾ ਤੇ ਤੁਸੀਂ ਅੱਗੇ ਉਸ ਮਾਲਕ ਦਾ ਭੇਦ ਦੇਣ ਦਾ ਜਿਹੜਾ ਖਜ਼ਾਨਾ ਹੈ ਉਹ ਸੰਸਾਰ ਦੇ ਅੰਦਰ ਵਰਤਾ ਰਹੇ ਹੋ। ਭਰਮ ਭੁੱਲੇ ਸੰਸਾਰ ਛੁੱਟੋ ਜੂਨੀ ਸੰਘਾਰ, ਜਮ ਕੋ ਨਾ ਦੰਡ ਕਾਲ ਗੁਰਮਤਿ ਧਿਆਈ ਹੈ। ਹੁਣ ਭੱਟ ਨਲ ਸਮਝਾ ਰਹੇ ਆ ਨਾਲ ਦੇ ਪੱਟਾਂ ਨੂੰ ਵੀ ਤੇ ਆਪਾਂ ਨੂੰ ਵੀ ਸੰਬੋਧਨ ਕਰਕੇ, ਕਹਿੰਦੇ ਭਰਮ ਭੁੱਲੇ ਸੰਸਾਰ, ਜਿਹੜੇ ਸੰਸਾਰ ਦੇ ਲੋਕ ਆ ਇਹ ਇੱਕ ਬਹੁਤ ਵੱਡੇ ਭਰਮ ਜਾਲ ਦੇ ਅੰਦਰ ਭੁੱਲ ਗਏ। ਕਿਹੜਾ ਭਰਮ ਜਾਲ? ਉਹ ਇਹ ਮਾਲਕ ਪਰਮਾਤਮਾ ਦੇ ਘਰ ਦਾ ਜਿਹੜਾ ਰਸਤਾ ਹੈ ਉਹਨੂੰ ਨਹੀਂ ਜਾਣਦੇ। ਪੰਥਾ ਪ੍ਰੇਮ ਨਾ ਜਾਣੀ ਭੁੱਲੀ ਫਿਰੈ ਗਵਾਰ, ਨਾਨਕ ਹਰ ਵਿਸਰਾਏ ਕਹਿ ਪਾਉਂਦੇ ਨਰਕ ਅੰਧਿਆਰ। ਇੱਥੇ 100 ਬੰਦਾ ਇਕੱਠਾ ਕਰ ਲੋ, 100 ਬੰਦੇ ਨੂੰ ਪੁੱਛ ਲੋ ਉਦਾਹਰਨ ਦੇ ਤੌਰ ਤੇ ਕਿ ਭਾਈ ਤੁਸੀਂ ਜਾਣਦੇ ਹੋ ਇਹ ਰਸਤਾ, ਜਿਹੜੇ ਰਸਤੇ ਤੇ ਚੱਲ ਕੇ ਜੀਵ ਦਾ ਪਰਮਾਤਮਾ ਨਾਲ ਪਿਆਰ ਪੈ ਜੇ, ਜਿਹੜੇ ਰਸਤੇ ਤੇ ਚੱਲ ਕੇ ਸਾਨੂੰ ਸਾਡੇ ਮਾਲਕ ਦੇ ਮਿਲਾਪ ਦੀ ਸੋਝੀ ਆ ਜੇ, ਜੋ ਰੋਜ਼ ਬਾਣੀ ਪੜ੍ਹਦੇ ਹਾਂ, ਸਾਚ ਕਹੂੰ ਸੁਣ ਦੇਹੋ ਸਭੇ ਜਨ ਪ੍ਰੇਮ ਕੀਓ ਤਨਹੀ ਪ੍ਰਭ ਪਾਇਓ। 99 ਦੇ ਨੇੜ ਲੋਕਾਂ ਦਾ ਇਹ ਜਵਾਬ ਹੋਵੇਗਾ ਜੀ ਇਹ ਤਾਂ ਬਹੁਤ ਵੱਡੀਆਂ ਗੱਲਾਂ, ਇਹ ਸਾਡੇ ਵੱਸ ਦੀ ਗੱਲ ਨਹੀਂ ਹੈ, ਸਾਤੋਂ ਤਾਂ ਦੁਨੀਆ ਦਾ ਝਮੇਲਾ ਹੀ ਨਹੀਂ ਲੋਟ ਆਉਂਦਾ, ਇੰਨੀ ਤਾਣੀ ਉਲਝੀ ਪਈ ਆ ਕਿ ਸਾਡੇ ਕੋਲੇ ਤਾਂ ਸਮਾਂ ਹੀ ਨਹੀਂ। ਬਈ ਸੱਜਣਾ, ਜਿਹੜੀ ਚੀਜ਼ ਦੇ ਨਾਲ ਤਾਣੀ ਸੁਲਝਣੀ ਆ ਉਹਨੂੰ ਤਾਂ ਛੱਡੀ ਬੈਠੇ ਹੋ, ਜਿਹੜੀ ਚੀਜ਼ ਨਾਲ ਟੁੱਟ ਕੇ ਤੁਹਾਡੇ ਇਹ ਜੀਵਨ ਦੀ ਤਾਣੀ ਉਲਝੀ ਆ ਉਹਨੂੰ ਛੱਡ ਕੇ ਤਾਣੀ ਸੁਲਝੇਗੀ ਕਿਵੇਂ? ਪਹਿਲਾਂ ਤਾਂ ਗਿਆਨ ਲਓ ਕਿ ਸਾਡੇ ਜੀਵਨ ਦੀ ਤਾਣੀ ਉਲਝੀ ਕਾਹਤੋਂ ਆ। ਪਾਤਸ਼ਾਹ ਸਮਝਾਉਂਦੇ ਨੇ ਰਾਮ ਨਾਮ ਬਿਨ ਉਰਜ ਮਰੈ, ਸਾਰਾ ਸੰਸਾਰ ਪਰਮੇਸ਼ਰ ਦੇ ਨਾਮ ਨੂੰ ਛੱਡ ਕੇ ਇਹਨਾਂ ਦੇ ਜੀਵਨਾਂ ਦੀ ਤਾਣੀ ਉਲਝੀ ਪਈ ਆ। ਤੇ ਕੋਈ ਬਿਰਲਾ ਜੀਵ ਹੋਵੇਗਾ ਜਿਹਦੇ ਮਨ ਦੇ ਅੰਦਰ ਇਹ ਵਿਚਾਰ ਬਣੇ ਕਿ ਕਿਵੇਂ ਆ ਜਨਮ ਮਰਨ ਦੇ ਚੱਕਰ ਤੋਂ ਮੁਕਤੀ ਪਾਉਣੀ ਹੈ। ਮੇਰੇ ਜੀਵਨ ਦਾ ਮਨੋਰਥ ਹੀ ਇਹ ਆ, 84 ਲੱਖ ਜੂਨ ਦੀ ਸਰਦਾਰੀ ਦਾ ਮਨੋਰਥ ਹੀ ਇਹ ਆ ਕਿ ਮੈਂ ਆਪਣੇ ਮੂਲ ਦੇ ਅੰਦਰ ਅਭੇਦ ਹੋ ਕੇ ਆਪਣਾ ਜੀਵਨ ਸਫਲ ਕਰ ਜਾ, ਆਪਣੇ ਜੰਮਣ ਮਰਨ ਦੇ ਚੱਕਰ ਨੂੰ ਸਮਾਪਤ ਕਰ ਜਾ। ਨਹੀਂ ਤਾਂ ਪਾਤਸ਼ਾਹ ਕਹਿੰਦੇ ਬਹੁਤ ਸੰਸਾਰ ਭਰਮ ਦੇ ਅੰਦਰ ਭੁੱਲ ਗਿਆ। ਭਰਮ ਭੁੱਲੇ ਸੰਸਾਰ ਛੁੱਟੋ ਜੂਨੀ ਸੰਘਾਰ, ਜਮ ਕੋ ਨਾ ਦੰਡ ਕਾਲ ਗੁਰਮਤਿ ਧਿਆਈ ਹੈ। ਇੱਥੇ ਹੁਣ ਫੈਸਲਾ ਦੇਤਾ ਕਿ ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਕੇ ਆਪਣੇ ਮਾਲਕ ਪਰਮਾਤਮਾ ਨੂੰ ਧਿਆਉਣਾ ਕੀਤਾ, ਉਹ ਭੁੱਲੇ ਹੋਏ ਸੰਸਾਰ ਦੇ ਲੋਕੋ ਤੁਹਾਡਾ ਜੰਮਣ ਔਰ ਮਰਨ ਦਾ ਚੱਕਰ ਵੀ ਸਮਾਪਤ ਹੋ ਜਾਊਗਾ। ਭਰਮ ਭੁੱਲੇ ਸੰਸਾਰ ਛੁੱਟੋ ਜੂਨੀ ਸੰਘਾਰ, ਜਮ ਕੋ ਨਾ ਦੰਡ ਕਾਲ। ਕਹਿੰਦੇ ਜਿਹੜੇ ਜਮਾਂ ਦੀ ਮਾਰ ਹੈ, ਜਮਾਂ ਦਾ ਡੰਡਾ ਹੈ, ਉਹ ਵੀ ਤੁਹਾਡੇ ਤੇ ਨਹੀਂ ਪਵੇਗਾ। ਗੁਰਮਤਿ ਧਿਆਈ ਹੈ, ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਕੇ ਪਰਮਾਤਮਾ ਦੇ ਨਾਮ ਨੂੰ ਧਿਆਉਣਾ ਕੀਤਾ। ਮਨ ਪ੍ਰਾਣੀ ਮੁਗਧ ਵਿਚਾਰ, ਅਹਨਸ ਜਾਪ ਧਰਮ ਕਰਮ ਪੂਰੇ ਸਤਿਗੁਰ ਪਾਈ ਹੈ। ਹੁਣ ਫੇਰ ਸਮਝਾ ਰਿਹਾ ਕਿ ਇਹ ਪ੍ਰਾਣੀ ਮਨ ਪ੍ਰਾਣੀ ਮੁਗਧ ਵਿਚਾਰ, ਇਹ ਵੱਡੇ ਮੂਰਖ ਵਿਚਾਰ ਦੇ ਅਧੀਨ ਆ। ਇੱਕ ਹੁੰਦਾ ਮੂਰਖ, ਉਹਨੂੰ ਤੁਸੀਂ ਸਮਝਾਓਗੇ ਸ਼ਾਇਦ ਸਮਝ ਜੇ। ਇੱਕ ਮੂਰਖਾਂ ਦੀ ਵੱਡੀ ਸ਼੍ਰੇਣੀ ਆ ਜਿਹਨੂੰ ਕਹਿੰਦੇ ਨੇ ਮੁਗਧ,
ਤੁਸੀਂ ਕਿਸੇ ਨੂੰ ਸਮਝਾਉਣ ਦਾ ਯਤਨ ਕਰੋਗੇ, ਉਹ ਤੁਹਾਨੂੰ ਮੱਤਾਂ ਦੇਣੀਆਂ ਸ਼ੁਰੂ ਕਰ ਦੂਗਾ। ਇੱਥੇ ਪਾਤਸ਼ਾਹ ਸਮਝਾ ਰਹੇ ਆ ਨਲ ਭੱਟ, ਕਹਿੰਦੇ ਮਨ ਪ੍ਰਾਣੀ ਮੁਗਧ ਵਿਚਾਰ। ਇਹ ਭਰਮ ਦੇ ਅੰਦਰ ਭੁੱਲੇ ਹੋਏ ਮਨ ਪ੍ਰਾਣੀ ਮੂਰਖ ਕਿਸੇ ਵਿਚਾਰ ਅਧੀਨ ਆ। ਅਹਨਸ ਜਪ, ਵਿਚਾਰ ਕੀ ਆ? ਰਾਤ ਦਿਨ ਪ੍ਰਮਾਤਮਾ ਦੇ ਨਾਮ ਦਾ ਜਾਪ ਕਰਿਆ ਕਰ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਪਿਆ ਕਰ। ਧਰਮ ਕਰਮ ਪੂਰੇ ਸਤਿਗੁਰ ਪਾਈ ਹੈ, ਪਰ ਇਹ ਜਿਹੜਾ ਧਰਮ ਦਾ ਕਰਮ ਹੈ ਇਹ ਪੂਰੇ ਸਤਿਗੁਰੂ ਤੋਂ ਹੀ ਮਿਲੇਗਾ। ਕਾਚੇ ਗੁਰ ਤੇ ਮੁਕਤ ਨਾ ਹੁਆ। ਅੱਜ ਸੰਸਾਰ ਦੇ ਅੰਦਰ ਆਪਾਂ ਵੇਖ ਰਹੇ ਹਾਂ ਬਹੁਤ ਘੱਟ ਸਾਧੂ ਸੰਤ ਮਹਾਤਮਾ ਨੇ ਜਿਹੜੇ ਸਾਨੂੰ ਪਰਮਾਤਮਾ ਦੀ ਬੰਦਗੀ ਵਾਲੇ ਪਾਸੇ ਲਾਉਣਗੇ, ਭਗਤੀ ਮਾਰਗ ਵਾਲੇ ਪਾਸੇ ਲਾਉਣਗੇ। ਨਹੀਂ ਤਾਂ ਐਸਾ ਭਰਮ ਜਾਲ ਸੰਸਾਰ ਦੇ ਅੰਦਰ ਫੈਲ ਗਿਆ ਕਿ ਜੀਵ ਵਿਚਾਰੇ ਧਰਮ ਦੇ ਕਰਮ ਵੀ ਕਰਦੇ ਆ, ਉਹਨਾਂ ਨੂੰ ਧਰਮ ਦਾ ਪੂਰਨ ਤੌਰ ਤੇ ਜਦੋਂ ਗਿਆਨ ਨਹੀਂ